ਸਤਿ ਸ਼੍ਰੀ ਅਕਾਲ ਜੀ। ਫਲਸਫੇ ਜ਼ਿੰਦਗੀ ਦੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਮੈਂ ਪ੍ਰਭਜੋਤ। ਮੇਰੀ ਉਮਰ ਉਦੋਂ 4 ਸਾਲ ਦੀ ਸੀ ਜਦੋਂ ਮੇਰੀ ਮਾਂ ਅਤੇ ਪਿਓ ਦੀ ਮੌਤ ਹੋ ਗਈ। ਮੈਨੂੰ ਉਸ ਵਕਤ ਕੋਈ ਸਮਝ ਨਹੀਂ ਸੀ। ਮੇਰੇ ਮਾਂ ਪਿਓ ਦੀ ਮੌਤ ਇੱਕ ਅਣਹੋਣੀ ਸੀ। ਮੇਰੇ ਪਾਪਾ ਹੋਰੀ 3 ਭਰਾ ਸੀ। ਮੇਰਾ ਇੱਕ ਚਾਚਾ ਵਿਆਹਿਆ ਹੋਇਆ ਸੀ ਅਤੇ ਛੋਟਾ ਚਾਚਾ ਕੁਆਰਾ ਸੀ। ਮੈਂ ਘਰ ਵਿੱਚ ਪਹਿਲਾ ਬੱਚਾ ਹੋਣ ਕਰਕੇ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਸੀ। ਫਿਰ ਮੇਰੀ ਮਾਂ ਦੇ ਘਰ ਦੂਜਾ ਬੱਚਾ ਹੋਇਆ ਅਤੇ ਦੂਜਾ ਬੱਚਾ ਮੁੰਡਾ ਹੋਇਆ। ਅੱਜ ਤੋਂ 30 ਕੁ ਸਾਲ ਪਹਿਲਾਂ ਬੱਚੇ ਘਰ ਵਿੱਚ ਹੀ ਹੋ ਜਾਂਦੇ ਸੀ। ਬਹੁਤ ਘੱਟ ਲੋਕ ਹਸਪਤਾਲ ਲੈ ਕੇ ਜਾਂਦੇ ਸੀ। ਅਤੇ ਜਦੋਂ ਮੇਰੀ ਮਾਂ ਦੇ ਘਰ ਦੂਜਾ ਬੱਚਾ ਹੋਇਆ ਤਾਂ ਫਿਜ਼ੀਕਲ ਪ੍ਰੋਬਲਮ ਹੋਣ ਕਰਕੇ ਮੇਰੀ ਮਾਂ ਦੀ ਮੌਤ ਹੋ ਗਈ। ਉਦੋਂ ਟਾਈਮ ਸੁਬਾਹ ਦੇ 4 ਵਜੇ ਸੀ। ਜਦੋਂ ਮੇਰੀ ਮਾਂ ਦੀ ਮੌਤ ਹੋਈ ਤਾਂ ਸਾਰੇ ਰੋਣ ਲੱਗ ਗਏ। ਰੋਣ ਦੀ ਆਵਾਜ਼ ਸੁਣ ਕੇ ਸਾਰਾ ਪਿੰਡ ਇਕੱਠਾ ਹੋ ਗਿਆ। ਮੇਰੇ ਪਾਪਾ ਮੇਰੀ ਮੰਮੀ ਨੂੰ ਬਹੁਤ ਪਿਆਰ ਕਰਦੇ ਸੀ। ਉਸ ਤੋਂ ਇਹ ਸਦਮਾ ਜਿਵੇਂ ਬਰਦਾਸ਼ਤ ਨਾ ਹੋਇਆ। ਮੇਰੇ ਪਾਪਾ ਮੈਨੂੰ ਗੋਦ ਵਿੱਚ ਲੈ ਕੇ ਬੰਦਿਆਂ ਵਿੱਚ ਬੈਠੇ ਸੀ। ਇੱਕਦਮ ਪਤਾ ਨਹੀਂ ਉਹਨਾਂ ਦੇ ਦਿਲ ਵਿੱਚ ਕੀ ਆਇਆ ਅਤੇ ਉਸ ਨੇ ਮੈਨੂੰ ਗੋਦ ਵਿੱਚੋਂ ਪਾਸੇ ਕਰਕੇ ਭੱਜ ਕੇ ਕੀਟਨਾਸ਼ਕ ਦਵਾਈ ਪੀ ਲਈ। ਉਸ ਵਕਤ ਰੌਲਾ ਪੈ ਗਿਆ। ਫਟਾਫਟ ਪਾਪਾ ਨੂੰ ਚੁੱਕਿਆ ਅਤੇ ਗੱਡੀ ਵਿੱਚ ਬਿਠਾ ਲਿਆ। ਫਿਰ ਸ਼ਹਿਰ ਹਸਪਤਾਲ ਲੈ ਗਏ। ਪਰ ਮਾੜੀ ਕਿਸਮਤ, ਉਸ ਵੇਲੇ ਅੱਗੋਂ ਟਰੇਨ ਆ ਰਹੀ ਸੀ ਅਤੇ ਫਾਟਕ ਲੱਗ ਗਿਆ। 15 ਮਿੰਟ ਬਾਅਦ ਫਾਟਕ ਖੁੱਲ੍ਹਿਆ ਪਰ ਉਸ ਵਕਤ ਮੇਰੇ ਪਾਪਾ ਦੀ ਮੌਤ ਹੋ ਚੁੱਕੀ ਸੀ। ਫਿਰ ਵੀ ਦਿਲ ਦੀ ਤਸੱਲੀ ਵਾਸਤੇ ਹਸਪਤਾਲ ਲੈ ਕੇ ਗਏ ਪਰ ਡਾਕਟਰ ਨੇ ਦੇਖ ਕੇ ਸਿਰ ਹਿਲਾ ਦਿੱਤਾ। ਸ਼ਾਮ ਦੇ 4 ਵੱਜ ਚੁੱਕੇ ਸੀ। ਉੱਧਰ ਘਰ ਵਿੱਚ ਜਿਹੜਾ ਮੇਰਾ ਵੀਰਾ ਹੋਇਆ ਸੀ ਉਸ ਦੀ ਵੀ ਮੌਤ ਹੋ ਗਈ। ਫਿਰ ਜਿਹੜੀ ਚਿਖਾ ਮੇਰੀ ਮੰਮੀ ਵਾਸਤੇ ਬਣਾਈ ਸੀ ਉਸ ਚਿਖਾ 'ਤੇ ਮੇਰੇ ਪਾਪਾ ਨੂੰ ਪਾ ਦਿੱਤਾ ਅਤੇ ਉਸ ਦਾ ਸੰਸਕਾਰ ਕਰ ਦਿੱਤਾ। ਮੇਰੇ ਪਾਪਾ ਨੂੰ ਮੌਤ ਤੋਂ ਬਾਅਦ ਘਰ ਵਿੱਚੋਂ ਇੱਕ ਕਫਨ ਤੱਕ ਵੀ ਨਸੀਬ ਨਾ ਹੋਇਆ ਅਤੇ ਨਾ ਹੀ ਉਸ ਨੂੰ ਨਹਾਇਆ ਗਿਆ। ਬਸ ਫਟਾਫਟ ਲਿਆ ਕੇ ਉਸ ਦਾ ਸੰਸਕਾਰ ਕਰ ਦਿੱਤਾ ਕਿਉਂਕਿ ਸਾਰੇ ਸੋਚਦੇ ਸੀ ਕਿ ਜੇ ਨਹਾਉਣ ਲੱਗ ਗਏ ਤਾਂ ਟਾਈਮ ਲੱਗ ਜਾਣਾ, ਕਿਤੇ ਪੁਲਿਸ ਕੇਸ ਨਾ ਬਣ ਜਾਵੇ। ਇੱਦਾਂ ਹੀ ਮੇਰੇ ਪਾਪਾ ਦਾ ਸੰਸਕਾਰ ਕਰ ਦਿੱਤਾ ਅਤੇ ਦੂਜੇ ਪਾਸੇ ਦੂਜੀ ਚਿਖਾ ਮੇਰੀ ਮੰਮੀ ਵਾਸਤੇ ਅਤੇ ਦੂਜੀ ਚਿਖਾ ਵਿੱਚ ਮੇਰੀ ਮਾਂ ਅਤੇ ਮੇਰੇ ਵੀਰ ਨੂੰ ਪਾ ਕੇ ਸੰਸਕਾਰ ਕਰ ਦਿੱਤਾ। ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ। ਇੱਕੋ ਦਿਨ ਇੱਕੋ ਘਰ ਵਿੱਚੋਂ 3 ਲਾਸ਼ਾਂ ਦਾ ਉੱਠਣਾ ਬਹੁਤ ਵੱਡੀ ਗੱਲ ਸੀ। ਬਸ ਇੱਦਾਂ ਹੀ ਮੇਰੇ ਮੰਮੀ ਪਾਪਾ ਦੀ ਕਹਾਣੀ ਖਤਮ ਹੋ ਗਈ ਅਤੇ ਮੇਰੇ ਮੰਮੀ ਪਾਪਾ ਦੀ ਮੌਤ ਪਿੰਡ ਵਿੱਚ ਮਿਸਾਲ ਬਣ ਗਈ। ਭਲੇ ਹੀ ਮੈਂ ਉਸ ਵਕਤ ਬਹੁਤ ਛੋਟੀ ਸੀ ਪਰ ਮੇਰੀਆਂ ਛੋਟੀਆਂ ਛੋਟੀਆਂ ਅੱਖਾਂ ਮੇਰੀ ਮਾਂ ਅਤੇ ਪਿਓ ਨੂੰ ਹਮੇਸ਼ਾ ਲੱਭਦੀਆਂ ਰਹਿੰਦੀਆਂ ਸੀ। ਮੈਨੂੰ ਮੇਰੀ ਦਾਦੀ ਨੇ ਹਮੇਸ਼ਾ ਇਹੀ ਕਹਿਣਾ, ਪੁੱਤ ਤੇਰੀ ਮੰਮੀ ਤੇਰੇ ਨਾਨਕੇ ਗਈ ਆ ਅਤੇ ਤੇਰਾ ਪਾਪਾ ਉਸ ਨੂੰ ਲੈਣ ਗਿਆ। ਅੱਜ ਤੂੰ ਆਪਣੇ ਚਾਚੇ ਨਾਲ ਸੌਂ ਜਾ, ਕੱਲ੍ਹ ਤੱਕ ਆ ਜਾਣਗੇ। ਫਿਰ ਦਾਦੀ ਨੇ ਪਾਸੇ ਮੂੰਹ ਕਰਕੇ ਰੋਣਾ ਪਰ ਮੈਨੂੰ ਉਸ ਦੇ ਰੋਣ ਦੀ ਕਦੇ ਸਮਝ ਨਹੀਂ ਆਉਂਦੀ ਸੀ। ਹੌਲੀ ਹੌਲੀ ਰੱਬ ਵੱਲੋਂ ਹੀ ਮੈਨੂੰ ਸਬਰ ਆਉਣਾ ਸ਼ੁਰੂ ਹੋ ਗਿਆ ਅਤੇ ਮੈਂ ਭੁੱਲਣਾ ਸ਼ੁਰੂ ਹੋ ਗਈ। ਚਾਚੇ ਨੇ ਰੋਜ਼ ਰਾਤ ਨੂੰ ਮੇਰੇ ਵਾਸਤੇ ਕੁਝ ਨਾ ਕੁਝ ਖਾਣ ਨੂੰ ਜ਼ਰੂਰ ਲੈ ਕੇ ਆਉਣਾ ਅਤੇ ਮੈਂ ਹਮੇਸ਼ਾ ਚਾਚੇ ਨਾਲ ਹੀ ਸੌਣਾ। ਫਿਰ ਇੱਦਾਂ ਹੀ ਮੈਂ 6 ਸਾਲ ਦੀ ਹੋ ਗਈ ਅਤੇ ਮੇਰੇ ਚਾਚੇ ਦਾ ਵਿਆਹ ਹੋ ਗਿਆ। ਚਾਚੇ ਦੇ ਵਿਆਹ ਤੋਂ ਬਾਅਦ ਦਾਦੀ ਨਾਲ ਸੌਣਾ ਸ਼ੁਰੂ ਕਰ ਦਿੱਤਾ। ਇਹ ਫਿਰ ਕੁਝ ਟਾਈਮ ਪਿਆ ਤਾਂ ਮੇਰੇ ਦੂਜੇ ਚਾਚੇ ਦੀ ਵੀ ਹਾਰਟ ਅਟੈਕ ਹੋਣ ਕਰਕੇ ਮੌਤ ਹੋ ਗਈ। ਜਦੋਂ ਮੇਰੇ ਚਾਚੇ ਦੀ ਮੌਤ ਹੋਈ ਤਾਂ ਉਸ 'ਤੇ ਵੀ 2 ਬੱਚੇ ਸੀ, ਇੱਕ ਕੁੜੀ ਅਤੇ ਇੱਕ ਮੁੰਡਾ। ਮੇਰੇ ਚਾਚੇ ਦੀ ਮੌਤ ਨੇ ਮੇਰੀ ਦਾਦੀ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ। ਉਸ ਨੇ ਇਹ ਦੁੱਖ ਆਪਣੇ ਹੱਡਾਂ ਨੂੰ ਲਾ ਲਿਆ ਅਤੇ ਉਹ ਮੰਜੇ 'ਤੇ ਪੈ ਗਈ। ਮੇਰੇ ਚਾਚੇ ਦੀ ਮੌਤ ਤੋਂ 8 ਮਹੀਨੇ ਬਾਅਦ ਫਿਰ ਮੇਰੀ ਦਾਦੀ ਦੀ ਵੀ ਮੌਤ ਹੋ ਗਈ। ਦਾਦੀ ਦੀ ਮੌਤ ਤਾਂ ਮੈਨੂੰ ਜਿਵੇਂ ਇਕੱਲਿਆਂ ਹੀ ਕਰ ਗਈ। ਮੈਨੂੰ ਉਸ ਦਿਨ ਐਂ ਲੱਗਿਆ ਕਿ ਜਿਵੇਂ ਅੱਜ ਮੈਂ ਅਨਾਥ ਹੋ ਗਈ ਹਾਂ ਕਿਉਂਕਿ ਜਦੋਂ ਤੋਂ ਮੈਂ ਸੁਰਤ ਸੰਭਲੀ ਸੀ ਤਾਂ ਦਾਦੀ ਹੀ ਸੀ ਜੋ ਮੇਰਾ ਖਿਆਲ ਰੱਖਦੀ ਸੀ। ਮੈਨੂੰ ਹਰ ਇੱਕ ਚੀਜ਼ ਲਿਆ ਕੇ ਦਿੰਦੀ ਸੀ। ਮੈਨੂੰ ਤਾਂ ਆਪਣੀ ਮੰਮੀ ਪਾਪਾ ਦੀ ਕਦੇ ਯਾਦ ਵੀ ਨਹੀਂ ਆਉਣ ਦਿੰਦੀ ਸੀ।
ਫਿਰ ਮੈਂ ਚਾਚੀ ਕੋਲ ਸੌਣ ਲੱਗ ਗਈ। ਫਿਰ ਹੌਲੀ ਹੌਲੀ ਚਾਚੀਆਂ ਦੇ ਸੁਭਾਅ ਵਿੱਚ ਵੀ ਫਰਕ ਆਉਣ ਲੱਗਾ। ਪਹਿਲਾਂ ਵੱਡੀ ਚਾਚੀ ਦਾ ਸੁਭਾਅ ਠੀਕ ਸੀ, ਪਰ ਜਦੋਂ ਛੋਟੀ ਚਾਚੀ ਆਈ ਤਾਂ ਉਹ ਮੈਨੂੰ ਇੰਨਾ ਪਸੰਦ ਨਹੀਂ ਕਰਦੀ ਸੀ। ਉਹ ਹਮੇਸ਼ਾ ਮੈਨੂੰ ਨਕੜਮੀ ਹੀ ਸਮਝਦੀ ਸੀ ਅਤੇ ਛੋਟੀ ਚਾਚੀ ਨਾਲ ਰਲ ਕੇ ਵੱਡੀ ਚਾਚੀ ਵੀ ਗੱਲ-ਗੱਲ 'ਤੇ ਝਿੜਕਣ ਲੱਗ ਗਈ। ਜਿਵੇਂ ਦੂਜੇ ਬੱਚੇ ਘਰੋਂ ਬਾਹਰ ਖੇਡਦੇ ਸੀ, ਉਹ ਮੈਨੂੰ ਘਰੋਂ ਬਾਹਰ ਨਹੀਂ ਜਾਣ ਦਿੰਦੀਆਂ ਸੀ ਅਤੇ ਨਾ ਹੀ ਖੇਡਣ ਦਿੰਦੀਆਂ ਸੀ। ਉਹਨਾਂ ਕਹਿਣਾ ਕਿ ਕੋਈ ਕੰਮ ਦਾ ਵੱਲ ਸਿੱਖ ਲਾ, ਨਹੀਂ ਤਾਂ ਲੋਕ ਸਾਨੂੰ ਹੀ ਕਹਿਣਗੇ ਕਿ ਮਾਂ ਪਿਓ ਹੈਗਾ ਨਹੀਂ ਸੀ ਅਤੇ ਕੰਮ ਦਾ ਚਾਚੀਆਂ ਨੇ ਵੱਲ ਹੀ ਨਹੀਂ ਸਿਖਾਇਆ। ਮੈਂ 10 ਸਾਲ ਦੀ ਸੀ ਜਦੋਂ ਸਾਰਾ ਕੰਮ ਚਾਚੀਆਂ ਨਾਲ ਰਲ ਕੇ ਕਰਾਉਣ ਲੱਗ ਗਈ। ਚਾਚੀਆਂ ਮੈਨੂੰ ਨਵੇਂ ਕੱਪੜੇ ਵੀ ਨਹੀਂ ਲਿਆ ਕੇ ਦਿੰਦੀਆਂ ਸੀ। ਉਹਨਾਂ ਨੇ ਆਪਣੇ ਕੱਪੜਿਆਂ ਨੂੰ ਹੀ ਠੀਕ ਕਰਕੇ ਮੈਨੂੰ ਪਵਾ ਦੇਣੇ ਅਤੇ ਮੈਂ ਪਾ ਲੈਣੇ। ਨਵਾਂ ਸੂਟ ਜਾਂ ਜੁੱਤੀ ਮੰਗਣੀ ਤਾਂ ਮੈਨੂੰ ਕਹਿਣਾ ਕੁਆਰੀਆਂ ਕੁੜੀਆਂ ਫੈਸ਼ਨ ਨਹੀਂ ਕਰਦੀਆਂ ਹੁੰਦੀਆਂ, ਜੇ ਨਿਕਲ ਨੁਕਲ ਗਈ ਤਾਂ ਅਸੀਂ ਕੀ ਕਰਾਂਗੇ, ਸਾਡੇ ਤੋਂ ਨਹੀਂ ਬੇਇੱਜ਼ਤੀ ਕਰਵਾਈ ਜਾਂਦੀ। ਚਾਚੇ ਦੀਆਂ ਕੁੜੀਆਂ ਨੇ ਸੋਹਣੇ ਸੋਹਣੇ ਕੱਪੜੇ ਪਾਉਣੇ ਅਤੇ ਮੈਂ ਉਹਨਾਂ ਵੱਲ ਦੇਖਣਾ, ਮੈਨੂੰ ਬਹੁਤ ਦੁੱਖ ਹੋਣਾ। ਮੈਂ ਅੰਦਰ ਵੜ ਕੇ ਰੋਣਾ। ਮੈਂ ਤਾਂ ਕਿਸੇ ਸਾਹਮਣੇ ਰੋ ਵੀ ਨਹੀਂ ਸਕਦੀ ਸੀ ਅਤੇ ਰੱਬ ਨੂੰ ਇਹੀ ਕਹਿਣਾ, ਰੱਬਾ ਮੇਰੇ ਨਾਲ ਇਉਂ ਕਿਉਂ ਕੀਤੀ। ਮੇਰੇ ਕੋਲੋਂ ਮਾਂ ਖੋਈ ਸੀ ਤਾਂ ਦਾਦੀ ਨਾ ਖੋਂਦਾ। ਮੈਂ ਰੋ ਕੇ ਅੱਖਾਂ ਪੂੰਝ ਕੇ ਬਾਹਰ ਆ ਜਾਣਾ। ਚਾਚੇ ਦੇ ਬੱਚਿਆਂ ਨੇ ਪ੍ਰਾਈਵੇਟ ਸਕੂਲ ਜਾਣਾ ਅਤੇ ਮੈਨੂੰ ਸਰਕਾਰੀ ਸਕੂਲ ਵਿੱਚ ਲਾ ਦਿੱਤਾ। ਸਰਕਾਰੀ ਸਕੂਲ ਵਿੱਚ ਬਿਲਕੁਲ ਵੀ ਪੜ੍ਹਾਈ ਨਹੀਂ ਸੀ। ਮੈਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀ। ਸਕੂਲ ਵਿੱਚ ਵਧੀਆ ਟੀਚਰ ਨਾ ਹੋਣ ਕਰਕੇ ਮੈਂ ਪੜ੍ਹਾਈ ਵਿੱਚ ਨਿੱਲ ਸੀ। ਚਾਚੇ ਦੇ ਬੱਚਿਆਂ ਨੇ ਆ ਕੇ ਟਿਊਸ਼ਨ ਵੀ ਜਾਣਾ ਅਤੇ ਮੈਂ ਆ ਕੇ ਕੰਮ ਕਰਨਾ। ਮੈਨੂੰ ਘਰ ਆ ਕੇ ਵੀ ਪੜ੍ਹਨ ਦਾ ਟਾਈਮ ਨਾ ਮਿਲਣਾ। ਸੁਬਾਹ ਚਾਚੀ ਨਾਲ 10 ਪਸ਼ੂਆਂ ਦਾ ਗੋਹਾ ਸੁੱਟ ਕੇ ਅਤੇ ਫਿਰ ਵਿਹੜੇ ਵਿੱਚ ਬੌਕਰ ਫੇਰਨੀ। ਫਿਰ ਮੈਂ ਆਪਣੀ ਰੋਟੀ ਵੀ ਪਕਾਉਣੀ ਅਤੇ ਚਾਚੇ ਦੇ ਬੱਚਿਆਂ ਦੀ ਰੋਟੀ ਵੀ ਪਕਾਉਣੀ, ਉਹਨਾਂ ਦੇ ਟਿਫਨ ਵਿੱਚ ਪਾ ਕੇ ਦੇਣੀ। ਉਹਨਾਂ ਨੇ ਸਕੂਲ ਵੈਨ 'ਤੇ ਜਾਣਾ ਅਤੇ ਮੈਂ ਤੁਰ ਕੇ ਜਾਣਾ ਅਤੇ ਮਸਾਂ ਹੀ ਸਕੂਲ ਟਾਈਮ 'ਤੇ ਪਹੁੰਚਣਾ, ਕਿਉਂਕਿ ਸਕੂਲ ਸਾਡੇ ਪਿੰਡ ਵਿੱਚ ਦੇ ਬਾਹਰ ਹੀ ਸੀ। ਫਿਰ ਸਕੂਲ ਤੋਂ ਆ ਕੇ ਮੈਂ ਸਾਰੇ ਭਾਂਡੇ ਮਾਂਜਣੇ ਅਤੇ ਆਪਣੀ ਵਰਦੀ ਵੀ ਧੋਣੀ ਅਤੇ ਚਾਚੇ ਦੇ ਬੱਚਿਆਂ ਦੀਆਂ ਵਰਦੀਆਂ ਵੀ ਧੋਣੀਆਂ। ਜਦ ਕਿ ਵੱਡੇ ਚਾਚੇ ਦੀ ਕੁੜੀ ਮੇਰੇ ਤੋਂ 1.5 ਕੁ ਸਾਲ ਹੀ ਛੋਟੀ ਸੀ, ਕਿਉਂਕਿ ਚਾਚੇ ਦਾ ਵਿਆਹ ਮੇਰੇ ਪਾਪਾ ਦੇ ਵਿਆਹ ਨਾਲ ਇਕੱਠਾ ਹੀ ਹੋਇਆ ਸੀ। ਫਿਰ ਜਦੋਂ ਮੈਂ ਵਿਹਲੀ ਹੋ ਕੇ ਪੜ੍ਹਨ ਲੱਗਣਾ ਤਾਂ ਚਾਚੀਆਂ ਨੇ ਉਦੋਂ ਹੀ ਆਵਾਜ਼ ਮਾਰ ਲੈਣੀ। ਜਦੋਂ ਮੈਂ ਕਹਿਣਾ ਚਾਚੀ ਮੈਨੂੰ ਪੜ੍ਹ ਲੈਣ ਦਿਓ ਤਾਂ ਚਾਚੀਆਂ ਨੇ ਕਹਿਣਾ ਕੋਈ ਨਹੀਂ, ਤੂੰ ਪੜ੍ਹਾਈ ਕਰਕੇ ਪ੍ਰੋਫੈਸਰ ਲੱਗਣਾ, ਕੰਮ ਦਾ ਵੱਲ ਸਿੱਖ ਲਾ। ਫਿਰ ਮੈਂ ਉੱਠ ਕੇ ਸੁਬਾਹ ਸ਼ਾਮ ਦਾ ਸਾਰਾ ਕੰਮ ਕਰਾਉਣਾ। ਰਾਤ ਨੂੰ ਥੱਕਣ ਕਰਕੇ ਮੈਨੂੰ ਨੀਂਦ ਆ ਜਾਣੀ ਤਾਂ ਪੜ੍ਹਿਆ ਨਾ ਜਾਣਾ, ਕਿਉਂਕਿ 11 ਕੁ ਸਾਲ ਦੀ ਉਮਰ ਵਿੱਚ ਇੰਨਾ ਕੰਮ ਕਰਨਾ ਬਹੁਤ ਔਖਾ ਸੀ। ਨਾ ਪੜ੍ਹਨ ਕਰਕੇ ਮੈਂ 8ਵੀਂ ਕਲਾਸ 'ਚੋਂ ਫੇਲ ਹੋ ਗਈ। ਜਦੋਂ ਮੈਂ ਫੇਲ ਹੋ ਗਈ ਤਾਂ ਮੈਨੂੰ ਸਕੂਲ ਤੋਂ ਹਟਾ ਲਿਆ। ਚਾਚੀ ਕਹਿੰਦੀ ਤੇਰਾ ਦਿਮਾਗ ਹੈ ਨਹੀਂ, ਤੈਨੂੰ ਨਹੀਂ ਪੜ੍ਹਾਈ ਆਉਣੀ ਤਾਂ ਤੂੰ ਘਰੇ ਕੰਮ ਹੀ ਕਰਿਆ ਕਰ। ਮੈਂ ਚਾਚੇ ਅੱਗੇ ਬਹੁਤ ਤਰਲੇ ਕੀਤੇ ਕਿ ਮੈਨੂੰ ਦੁਬਾਰਾ ਸਕੂਲ ਲਾ ਦੇ, ਪਰ ਨਹੀਂ, ਚਾਚਾ ਚਾਚੀ ਤੋਂ ਡਰਦਾ ਸੀ। ਚਾਚਾ ਕਹਿੰਦਾ ਪੁੱਤ ਤੂੰ ਹੀ, ਮੈਂ ਕੀ ਕਰਾਂ, ਤੇਰੀ ਚਾਚੀ ਕਲੇਸ਼ ਪਾ ਕੇ ਬੈਠੀ ਆ, ਤੈਨੂੰ ਉਸਨੇ ਪੜ੍ਹਨ ਨਹੀਂ ਦੇਣਾ, ਤੂੰ ਹੀ ਪੜ੍ਹਾਈ ਦਾ ਖਹਿੜਾ ਛੱਡ ਦੇ। ਮੈਂ ਕਹਿਣਾ ਬੰਦ ਕਰ ਦਿੱਤਾ, ਕਿਉਂਕਿ ਮੇਰਾ ਕਿਸੇ ਅੱਗੇ ਕੋਈ ਜ਼ੋਰ ਨਹੀਂ ਸੀ। ਮੈਂ ਪੜ੍ਹਾਈ ਛੱਡ ਦਿੱਤੀ। ਫਿਰ ਮੇਰੇ ਤੋਂ ਸਾਰਾ ਦਿਨ ਕੰਮ ਕਰਾਉਣਾ, ਮੇਰੇ ਤੋਂ ਗੋਹਾ ਸਟਾਉਣਾ, ਪੱਠੇ ਪਾਉਣੇ, ਚੌਂਕੇ ਦਾ ਸਾਰਾ ਕੰਮ ਕਰਾਉਣਾ। ਮੇਰੀ ਉਹੀ ਹਾਲਤ ਹੋ ਗਈ ਸੀ ਜੋ ਇੱਕ ਬਿਨਾਂ ਮਾਵਾਂ ਤੋਂ ਧੀ ਦੀ ਹੁੰਦੀ ਆ। ਫਿਰ ਕਿਸੇ ਨੇ ਮੇਰੀ ਇਸ ਹਾਲਤ ਬਾਰੇ ਮੇਰੇ ਨਾਨਕਿਆਂ ਨੂੰ ਦੱਸ ਦਿੱਤਾ ਤਾਂ ਮੇਰੀ ਨਾਨੀ ਅਤੇ ਮੇਰਾ ਮਾਮਾ ਮੈਨੂੰ ਲੈਣ ਲਈ ਆਏ ਤਾਂ ਮੇਰੀਆਂ ਚਾਚੀਆਂ ਮੇਰੀ ਨਾਨੀ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਮਾਰਨ ਲੱਗ ਗਈਆਂ। ਮੈਨੂੰ ਵੀ ਪੁੱਤ ਪੁੱਤ ਕਰਨ ਲੱਗ ਗਈਆਂ, ਜਦ ਕਿ ਮੈਨੂੰ ਕਦੇ ਵੀ ਉਹਨਾਂ ਨੇ ਪੁੱਤ ਕਹਿ ਕੇ ਨਹੀਂ ਬੁਲਾਇਆ ਸੀ। ਉਸ ਵਕਤ ਉਹਨਾਂ ਦੇ ਮਨ ਵਿੱਚ ਮੈਲ ਸੀ ਕਿ ਜੇ ਇਹ ਕੁੜੀ ਨੂੰ ਨਾਲ ਲੈ ਗਏ
ਤਾਂ ਇਸ ਦੇ ਹਿੱਸੇ ਦੀ ਜ਼ਮੀਨ ਵੀ ਲੈ ਜਾਣਗੇ। ਪਰ ਵਿੱਚੋਂ ਮੇਰੇ ਚਾਚੇ ਦੇ ਦਿਲ ਵਿੱਚ ਇਹੀ ਸੀ ਕਿ ਮੇਰਾ ਮਾਮਾ ਮੈਨੂੰ ਲੈ ਕੇ ਜਾਵੇ, ਕਿਉਂਕਿ ਉਹ ਮੇਰੀ ਹਾਲਤ ਚੰਗੀ ਤਰ੍ਹਾਂ ਜਾਣਦਾ ਸੀ। ਪਰ ਚਾਚੀਆਂ ਮੈਨੂੰ ਜਾਣ ਨਹੀਂ ਦਿੰਦੀਆਂ ਸੀ। ਫਿਰ ਚਾਚੇ ਨੇ ਮੈਨੂੰ ਆਪਣੇ ਕੱਪੜੇ ਬੈਗ ਵਿੱਚ ਪਾਉਣ ਲਈ ਕਿਹਾ, ਪਰ ਮੇਰੀ ਨਾਨੀ ਨੇ ਕੱਪੜੇ ਪਾਉਣ ਤੋਂ ਮਨ੍ਹਾ ਕਰ ਦਿੱਤਾ। ਮੇਰੀ ਨਾਨੀ ਕਹਿੰਦੀ ਕਿ ਅਸੀਂ ਇਹਨੂੰ ਨਵੇਂ ਕੱਪੜੇ ਲੈ ਦਿਆਂਗੇ, ਅਸੀਂ ਕੁਝ ਵੀ ਨਾਲ ਨਹੀਂ ਲੈ ਕੇ ਜਾਣਾ। ਫਿਰ ਮੇਰੇ ਮਾਮੇ ਅਤੇ ਨਾਨੀ ਨੇ ਚਾਹ ਪੀਤੀ ਅਤੇ ਮੈਨੂੰ ਨਾਲ ਲੈ ਗਏ। ਮੇਰਾ ਚਾਚਾ ਮੈਨੂੰ ਬੂਹੇ ਤੱਕ ਛੱਡਣ ਆਇਆ ਅਤੇ ਮੈਨੂੰ ਘੁੱਟ ਕੇ ਨਾਲ ਲਾ ਕੇ ਬਹੁਤ ਰੋਇਆ, ਪਰ ਮੇਰੀਆਂ ਚਾਚੀਆਂ ਮੈਨੂੰ ਬੂਹੇ ਤੱਕ ਵੀ ਛੱਡਣ ਨਹੀਂ ਆਈਆਂ। ਮੈਨੂੰ ਇੱਕ ਪਾਸੇ ਤਾਂ ਜਾਣ ਦਾ ਬਹੁਤ ਦੁੱਖ ਸੀ, ਪਰ ਦੂਜੇ ਪਾਸੇ ਮੈਨੂੰ ਖੁਸ਼ੀ ਵੀ ਸੀ ਕਿ ਮੈਂ ਇਸ ਨਰਕ ਭਰੀ ਜ਼ਿੰਦਗੀ ਤੋਂ ਆਜ਼ਾਦ ਹੋ ਗਈ ਹਾਂ। ਫਿਰ ਨਾਨੀ ਨੇ ਮੈਨੂੰ ਵਧੀਆ ਕੱਪੜੇ ਅਤੇ ਜੁੱਤੀ ਲੈ ਕੇ ਦਿੱਤੀ। ਫਿਰ ਮੈਨੂੰ ਦੁਬਾਰਾ ਪੜ੍ਹਨ ਲਈ ਲਾਇਆ। ਜਦੋਂ ਮੈਂ 10ਵੀਂ ਕਲਾਸ ਪਾਸ ਕੀਤੀ, ਮੈਂ ਉਸ ਵਕਤ 18 ਸਾਲ ਦੀ ਹੋ ਗਈ ਸੀ, ਕਿਉਂਕਿ ਮੈਨੂੰ ਵਿੱਚੋਂ ਪੜ੍ਹਨੋਂ ਹਟਾ ਲਿਆ ਸੀ। ਫਿਰ 20 ਸਾਲ ਦੀ ਉਮਰ ਵਿੱਚ ਮੈਂ 12ਵੀਂ ਕਲਾਸ ਪਾਸ ਕੀਤੀ ਅਤੇ ਮੇਰੇ ਮਾਮੇ ਨੇ ਵਧੀਆ ਘਰ ਪਰਿਵਾਰ ਦੇਖ ਕੇ ਮੇਰਾ ਵਿਆਹ ਕਰ ਦਿੱਤਾ। ਮੇਰੇ ਵਿਆਹ ਤੋਂ ਤੇ ਜਿੰਨਾ ਖਰਚਾ ਆਇਆ ਸੀ ਮੇਰੇ ਮਾਮੇ ਨੇ ਹੀ ਕੀਤਾ, ਪਰ ਅਗਲੇ ਘਰ ਵਾਲਿਆਂ ਨੇ ਦਹੇਜ ਬਿਲਕੁਲ ਵੀ ਨਹੀਂ ਲਿਆ ਸੀ। ਮੇਰੇ ਵਿਆਹ 'ਤੇ ਇਕੱਲਾ ਮੇਰਾ ਚਾਚਾ ਹੀ ਆਇਆ ਸੀ, ਹੋਰ ਕੋਈ ਵੀ ਘਰੋਂ ਨਹੀਂ ਆਇਆ। ਵਿਆਹ ਤੋਂ ਬਾਅਦ ਮੈਂ ਜਿਹੜੀ ਮੇਰੇ ਪਾਪਾ ਦੇ ਹਿੱਸੇ ਦੀ ਜ਼ਮੀਨ ਸੀ ਉਹ ਮੈਂ ਆਪਣੇ ਚਾਚੇ ਦੇ ਨਾਮ ਕਰ ਦਿੱਤੀ, ਕਿਉਂਕਿ ਮੈਂ ਹਮੇਸ਼ਾ ਇਹੀ ਸੋਚਦੀ ਸੀ ਕਿ ਕੋਈ ਵੀ ਮੈਨੂੰ ਜ਼ਮੀਨ ਕਰਕੇ ਪਿਆਰ ਨਾ ਕਰੇ, ਮੇਰੇ ਗੁਣਾਂ ਕਰਕੇ ਮੈਨੂੰ ਪਸੰਦ ਕਰਨ। ਪਰ ਮੇਰਾ ਸਹੁਰਾ ਪਰਿਵਾਰ ਬਹੁਤ ਚੰਗਾ ਸੀ। ਮੈਨੂੰ ਤਾਂ ਆਪਣਿਆਂ ਦੇ ਪਿਆਰ ਦਾ ਮਤਲਬ ਹੀ ਨਹੀਂ ਪਤਾ ਸੀ। ਮੈਨੂੰ ਇੱਥੇ ਆ ਕੇ ਇਸ ਗੱਲ ਦਾ ਪਤਾ ਲੱਗਾ ਕਿ ਮਾਂ ਪਿਓ ਕੀ ਚੀਜ਼ ਹੁੰਦੇ ਆ। ਸ਼ਾਇਦ ਜੇ ਮੇਰੇ ਮੰਮੀ ਪਾਪਾ ਹੁੰਦੇ, ਉਹ ਵੀ ਮੈਨੂੰ ਇੰਨਾ ਪਿਆਰ ਨਾ ਕਰਦੇ ਜਿੰਨਾ ਮੇਰੇ ਸੱਸ ਸਹੁਰੇ ਤੋਂ ਮੈਨੂੰ ਪਿਆਰ ਮਿਲਿਆ। ਮੈਂ ਆਪਣੇ ਨਾਨਕਿਆਂ ਦਾ ਕਦੇ ਅਹਿਸਾਨ ਨਹੀਂ ਭੁੱਲ ਸਕਦੀ, ਜਿਨ੍ਹਾਂ ਨੇ ਮੈਨੂੰ ਇੰਨੀ ਵਧੀਆ ਜ਼ਿੰਦਗੀ ਅਤੇ ਪਰਿਵਾਰ ਦਿੱਤਾ। ਕਦੇ ਕਦੇ ਮੇਰਾ ਚਾਚਾ ਮੈਨੂੰ ਮਿਲਣ ਆ ਜਾਂਦਾ, ਪਰ ਘਰੋਂ ਕਦੇ ਵੀ ਹੋਰ ਕੋਈ ਨਹੀਂ ਮੈਨੂੰ ਮਿਲਣ ਆਉਂਦਾ। ਪਰ ਫਿਰ ਵੀ ਮੇਰੇ ਦਿਲ ਵਿੱਚ ਤਾਂਘ ਜਿਹੀ ਹੁੰਦੀ ਆ ਉਸ ਘਰ ਦੀ, ਅਤੇ ਜਿਹੜੇ ਆਪਣੇ ਛੱਡ ਕੇ ਚਲੇ ਗਏ ਉਹਨਾਂ ਦੀ ਯਾਦ ਵੀ ਬਹੁਤ ਆਉਂਦੀ ਆ। ਪਰ ਅੱਜ ਉਹਨਾਂ ਦੇ ਚਿਹਰੇ ਤਾਂ ਭੁੱਲ ਗਏ, ਬਸ ਯਾਦਾਂ ਹੀ ਰਹਿ ਗਈਆਂ। ਪਰ ਫਿਰ ਵੀ ਮੈਂ ਇੱਥੇ ਬਹੁਤ ਖੁਸ਼ ਹਾਂ ਅਤੇ ਰੱਬ ਅੱਗੇ ਇਹੀ ਅਰਦਾਸ ਕਰਦੀ ਹਾਂ ਕਿ ਹੇ ਰੱਬਾ, ਇੱਦਾਂ ਹੀ ਮੇਰੇ 'ਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖੀ। ਅਤੇ ਰੱਬ ਅੱਗੇ ਇਹੀ ਅਰਦਾਸ ਕਰਦੀ ਹਾਂ ਕਿ ਹੇ ਵਾਹਿਗੁਰੂ, ਕਦੀ ਵੀ ਕਿਸੇ ਬੱਚੇ ਤੋਂ ਆਪਣੇ ਮਾਂ ਪਿਓ ਦਾ ਸਾਇਆ ਨਾ ਖੋਹੀ, ਕਿਉਂਕਿ ਬੱਚਿਆਂ ਲਈ ਬਹੁਤ ਔਖਾ ਹੋ ਜਾਂਦਾ ਮਾਂ ਪਿਓ ਤੋਂ ਬਿਨਾਂ ਜੀਣਾ। ਅਤੇ ਹਮੇਸ਼ਾ ਮਾਂ ਪਿਓ ਦਾ ਸਾਇਆ ਸਿਰ 'ਤੇ ਬਣਾ ਕੇ ਰੱਖੀ। ਜੇ ਤੁਹਾਨੂੰ ਮੇਰੀ ਅੱਜ ਦੀ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ। ਧੰਨਵਾਦ।